ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਭੁਪਿੰਦਰ ਸਿੰਘ ਭਾਈ ਖੇਲ। ਕਹਿੰਦੇ ਹਨ ਬੰਦਾ ਆਪਣੇ ਕਰਮਾਂ ਤੋਂ ਪਛਾਣਿਆ ਜਾਂਦਾ ਹੈ, ਨਾ ਕਿ ਜੋ ਕੁਝ ਉਹ ਕਹਿੰਦਾ ਹੈ। ਬਾਹਰੋਂ ਧੋਤੀ ਤੂੰਬੜੀ, ਵਿੱਚੋਂ ਵਿਸ਼ ਨਿਕੋਰ। ਅਕਸਰ ਬਹੁਤਾ ਮਿੱਠਾ ਬੋਲ ਕੇ ਪਰਦੇ ਪਾਉਣ ਵਾਲੇ ਦਾ ਫਰੇਬ ਉਘੜ ਹੀ ਆਉਂਦਾ ਹੈ। ਉੱਜਲ ਕੈਹਾਂ ਚਿਲਕਣਾ, ਘੋਟਮ ਕਾਲੜੀ ਮਸ। ਇਸੇ ਤਰ੍ਹਾਂ ਤੁਸੀਂ ਖਾਲਸਈ ਕਹਾਵਤ ਵੀ ਸੁਣੀ ਹੋਣੀ ਹੈ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ। ਇਹ ਮੈਂ ਕਿਉਂ ਕਹਿ ਰਿਹਾ ਹਾਂ, ਇਸ ਵੀਡੀਓ ਨੂੰ ਦੇਖ ਕੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਦਰਅਸਲ ਖਬਰਾਂ ਦੇ ਬਾਜ਼ਾਰ ਦੀ ਗਹਿਮਾ ਗਹਿਮੀ ਦੇ ਪਿੱਛੇ ਅੱਜ ਕੱਲ੍ਹ ਇੱਕ ਹੋਰ ਖਾਸ ਚਰਚਾ ਚੱਲ ਰਹੀ ਹੈ। ਉਹ ਇਹ ਕਿ ਮੋਦੀ ਸਰਕਾਰ ਸੰਸਦ ਵਿੱਚ ਨਵਾਂ ਬਿੱਲ ਲੈ ਕੇ ਆ ਰਹੀ ਹੈ, ਯੂਨੀਫਾਰਮ ਸਿਵਲ ਕੋਡ। ਇਸ ਨੂੰ ਲੈ ਕੇ ਦੇਸ਼ ਭਰ ਵਿੱਚ ਚਰਚਾ ਛਿੜੀ ਹੋਈ ਹੈ। ਪੰਜਾਬ ਵਿੱਚ ਵੀ ਕਈ ਗੋਸ਼ਟੀਆਂ ਹੋ ਚੁੱਕੀਆਂ ਹਨ। ਹਾਲ ਹੀ ਵਿੱਚ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ ਨੇ ਵੀ ਇਸ ਵਿਸ਼ੇ ਤੇ ਸੈਮੀਨਾਰ ਕਰਵਾ ਕੇ ਸਿੱਖਾਂ ਸਮੇਤ ਹੋਰ ਘੱਟ ਗਿਣਤੀਆਂ ਦੇ ਨਜ਼ਰੀਏ ਤੋਂ ਯੂਨੀਫਾਰਮ ਸਿਵਲ ਕੋਡ ਦੀ ਪੜਚੋਲ ਕੀਤੀ। ਇਹਨਾਂ ਵਿੱਚ ਜੋ ਖਾਸ ਚਿੰਤਾ ਉਭਰ ਕੇ ਸਾਹਮਣੇ ਆਈ ਉਹ ਇਹ ਕਿ ਕੀ ਵੱਖ-ਵੱਖ ਧਰਮਾਂ ਕੌਮੀਅਤਾਂ ਵਾਲਾ ਮੁਲਕ ਭਾਰਤ ਇਸ ਦੇ ਲਈ ਤਿਆਰ ਹੈ, ਅਤੇ ਦੂਸਰਾ ਇਸ ਦੇ ਪਿੱਛੇ ਮੋਦੀ ਸਰਕਾਰ ਦੀ ਅਸਲ ਮਨਸ਼ਾ ਕੀ ਹੈ। ਘੱਟ ਗਿਣਤੀਆਂ ਜੋ ਪਹਿਲਾਂ ਹੀ ਫਾਸਿਸਟ ਸਿਆਸਤ ਦਾ ਸ਼ਿਕਾਰ ਹਨ, ਕਿ ਉਹ ਹੋਰ ਵੀ ਧੁੰਦਲੇ ਭਵਿੱਖ ਵੱਲ ਧੱਕ ਦਿੱਤੇ ਜਾਣਗੇ। ਕੀ ਹੋਣਗੇ ਇਸ ਦੇ ਨਤੀਜੇ? ਆਓ ਮਾਰਦੇ ਹਾਂ ਇੱਕ ਨਜ਼ਰ। ਕੀ ਹੈ ਇਹ ਯੂਨੀਫਾਰਮ ਸਿਵਲ ਕੋਡ? ਸਰਕਾਰ ਕਿਉਂ ਚਾਹੁੰਦੀ ਹੈ ਇਸ ਨੂੰ ਲਾਗੂ ਕਰਨਾ? ਕਿਉਂ ਕੀਤਾ ਜਾ ਰਿਹਾ ਹੈ ਇਸ ਦਾ ਵਿਰੋਧ? ਕਿਸ ਗੱਲ ਦਾ ਡਰ ਹੈ ਘੱਟ ਗਿਣਤੀਆਂ ਨੂੰ? ਸਵਾਲ ਇਹ ਵੀ ਕਿ ਭਾਰਤ ਜਿਹੀ ਵਿਵਿਧਤਾ, ਡਾਇਵਰਸਿਟੀ ਵਾਲੇ ਮੁਲਕ ਵਿੱਚ ਕਿੰਨਾ ਕੁ ਸਾਰਥਕ ਹੋਵੇਗਾ ਯੂਨੀਫਾਰਮ ਸਿਵਲ ਕੋਡ? ਇਹ ਘੱਟ ਗਿਣਤੀਆਂ ਦੀ ਤਰਾਸਦੀ ਨੂੰ ਘਟਾਏਗਾ ਜਾਂ ਹੋਰ ਵਧਾਏਗਾ? ਇਸ ਨੂੰ ਸਮਝਣ ਲਈ ਪਹਿਲਾਂ ਜਾਣਦੇ ਹਾਂ ਕਿ ਯੂਨੀਫਾਰਮ ਸਿਵਲ ਕੋਡ ਜਾਂ UCC ਹੈ ਕੀ। ਦਰਅਸਲ ਸਿਵਲ ਕੋਡ ਨਾਗਰਿਕਾਂ ਦੇ ਵਿਅਕਤੀਗਤ ਮਸਲਿਆਂ ਜਿਵੇਂ ਕਿ ਵਿਆਹ, ਤਲਾਕ, ਜ਼ਮੀਨ ਜਾਇਦਾਦ, ਵਿਰਾਸਤ, ਧਨ ਸੰਪੱਤੀ ਦੇ ਬਟਵਾਰੇ, ਆਪਸੀ ਝਗੜਿਆਂ ਨੂੰ ਲੈ ਕੇ ਬਣੇ ਹੋਏ ਕਾਨੂੰਨਾਂ ਨੂੰ ਕਹਿੰਦੇ ਹਨ, ਕਿਉਂਕਿ ਇਹਨਾਂ ਮੁੱਦਿਆਂ 'ਤੇ ਸਮਾਜ ਅਤੇ ਧਰਮਾਂ ਨੇ ਪਹਿਲਾਂ ਹੀ ਨਿਯਮ ਬਣਾਏ ਹੋਏ ਹਨ ਅਤੇ ਉਸ ਸਮਾਜ ਅਤੇ ਧਰਮ ਨਾਲ ਜੁੜੇ ਹੋਏ ਲੋਕ ਸਦੀਆਂ ਤੋਂ ਉਹਨਾਂ ਦੇ ਆਧਾਰ 'ਤੇ ਹੀ ਆਪਣੇ ਨਿੱਜੀ ਮਸਲੇ ਹੱਲ ਕਰਦੇ ਆਏ ਹਨ, ਕਿਉਂਕਿ ਇਹ ਨਿਯਮ ਲੋਕਾਂ ਦੇ ਵਿਸ਼ਵਾਸ, ਭਾਵਨਾਵਾਂ ਅਤੇ ਪਰੰਪਰਾਵਾਂ ਦਾ ਅਨਿੱਖੜਵਾਂ ਅੰਗ ਹਨ। ਇਸੇ ਕਰਕੇ ਭਾਰਤ ਦੇ ਸੰਵਿਧਾਨ ਘਾੜਤਾ ਨੇ ਲੋਕਾਂ ਦੀ ਨਿਜਤਾ ਨਾਲ ਜੁੜੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਸੇ ਤਰ੍ਹਾਂ ਦੇ ਪਰਸਨਲ ਕਾਨੂੰਨ ਬਣਾ ਦਿੱਤੇ, ਜਿਵੇਂ ਕਿ ਹਿੰਦੂ ਪਰਸਨਲ ਲਾਜ਼, ਮੁਸਲਿਮ ਪਰਸਨਲ ਲਾਜ਼, ਕ੍ਰਿਸਚੀਅਨ ਪਰਸਨਲ ਲਾਜ਼, ਪਾਰਸੀ ਪਰਸਨਲ ਲਾਜ਼, ਕਸਟਮਰੀ ਐਂਡ ਟ੍ਰਾਈਬਲ ਲਾਜ਼ ਵਗੈਰਾ ਵਗੈਰਾ। ਹਾਲਾਂਕਿ ਸਿੱਖਾਂ, ਬੌਧੀਆਂ ਅਤੇ ਜੈਨੀਆਂ ਦੇ ਕੋਈ ਵੱਖਰੇ ਪਰਸਨਲ ਲਾਜ਼ ਨਹੀਂ ਬਣੇ, ਉਹਨਾਂ ਨੂੰ ਹਿੰਦੂ ਪਰਸਨਲ ਲਾਅ ਦੇ ਅਧੀਨ ਵਿੱਚ ਹੀ ਪਾ ਦਿੱਤਾ ਗਿਆ। ਕਿਉਂ ਨਹੀਂ ਬਣੇ, ਇਹ ਇੱਕ ਵੱਖਰਾ ਮਸਲਾ ਹੈ। ਖੈਰ, ਇਹ ਸਾਰੇ ਪਰਸਨਲ ਲਾਜ਼ ਹੀ ਸਿਵਲ ਕੋਡ ਅਧੀਨ ਆਉਂਦੇ ਹਨ। ਮੋਦੀ ਸਰਕਾਰ ਇਹਨਾਂ ਸਾਰੇ ਪਰਸਨਲ ਲਾਜ਼ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਇਸ ਦੀ ਥਾਂ ਤੇ ਇੱਕ ਹੀ ਸਾਂਝਾ ਸਿਵਲ ਕੋਡ, ਜਿਸ ਨੂੰ ਕਿ ਯੂਨੀਫਾਰਮ ਸਿਵਲ ਕੋਡ ਕਿਹਾ ਜਾ ਰਿਹਾ ਹੈ, ਲਾਗੂ ਕਰਨਾ ਚਾਹੁੰਦੀ ਹੈ। BJP ਦਾਅਵਾ ਇਹ ਕਰਦੀ ਹੈ ਇਸ ਯੂਨੀਫਾਈਡ ਸਿਵਲ ਕੋਡ ਰਾਹੀਂ ਸਾਰੇ ਨਾਗਰਿਕਾਂ ਲਈ ਬਿਨਾਂ ਕਿਸੇ ਧਰਮ, ਜਾਤ, ਕਬੀਲੇ ਜਾਂ ਮਰਦ ਔਰਤ ਦੇ ਭੇਦਭਾਵ ਦੇ ਸਾਰਿਆਂ ਲਈ ਇੱਕ ਹੀ ਕਾਨੂੰਨ ਹੋਵੇਗਾ। ਵਿਆਹ, ਤਲਾਕ, ਜ਼ਮੀਨ ਜਾਇਦਾਦ ਦੀ ਵੰਡ, ਵਿਰਾਸਤ, ਧੀਆਂ ਦੇ ਹੱਕ ਅਤੇ ਹੋਰ ਨਿੱਜੀ ਮਸਲਿਆਂ ਲਈ ਸਮਾਨ ਕਾਨੂੰਨ ਹੋਣਗੇ। ਫਾਇਦਾ ਇਸ ਦਾ ਇਹ ਹੋਏਗਾ ਕਿ ਇਸ ਨਾਲ ਕਾਨੂੰਨ ਦੀ ਨਜ਼ਰ ਵਿੱਚ ਸਭ ਬਰਾਬਰ ਹੋ ਜਾਣਗੇ, ਕੋਈ ਭੇਦਭਾਵ ਨਹੀਂ ਰਹੇਗਾ,
ਸਾਰਿਆਂ ਨੂੰ ਇੱਕੋ ਜਿਹਾ ਬਰਾਬਰਤਾਈ ਵਾਲਾ ਨਿਆਂ ਮਿਲੇਗਾ ਵਗੈਰਾ ਵਗੈਰਾ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ। ਸੁਣਨ ਨੂੰ ਇਹ ਗੱਲ ਬੜੀ ਚੰਗੀ ਲੱਗਦੀ ਹੈ ਕਿ ਸਾਰਿਆਂ ਲਈ ਇੱਕੋ ਜਿਹਾ ਕਾਨੂੰਨ, ਸਭ ਲਈ ਬਰਾਬਰ ਦਾ ਨਿਆਂ, ਪਰ ਕੀ ਵਾਕਈ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਦੇਸ਼ ਵਿੱਚ ਭੇਦਭਾਵ ਖਤਮ ਹੋ ਜਾਏਗਾ? ਇਹ ਸਵਾਲ ਹੈ। ਇਸ ਹਕੀਕਤ ਨੂੰ ਦੱਸਣ ਤੋਂ ਪਹਿਲਾਂ ਦੱਸ ਦਿਆਂ ਕਿ ਇਸ ਨੂੰ ਲੈ ਕੇ ਬੀਜੇਪੀ ਸਿੱਖਾਂ ਵਿੱਚ ਕੀ ਪ੍ਰਚਾਰ ਕਰ ਰਹੀ ਹੈ। ਉਦਾਹਰਣ ਦੇ ਤੌਰ ਤੇ ਇੱਕ ਲੇਖ ਛਪਿਆ ਸੀ ਇਸੇ ਸਾਲ 22 ਜੁਲਾਈ ਨੂੰ ਜਲੰਧਰ ਤੋਂ ਛਪਣ ਵਾਲੀ ਅਖਬਾਰ ਅਕਾਲੀ ਪੱਤਰਿਕਾ ਵਿੱਚ। ਲੇਖ ਦਾ ਉਨਵਾਨ ਸੀ ਯੂਨੀਫਾਰਮ ਸਿਵਲ ਕੋਡ ਬਨਾਮ ਗੁਰਮਤ ਦ੍ਰਿਸ਼ਟੀਕੋਣ। ਇਸ ਦਾ ਲੇਖਕ ਸਿੱਖ ਭੇਸ ਵਾਲਾ ਸਰਚਾਂਦ ਸਿੰਘ ਹੈ, ਜੋ ਆਪਣੇ ਨਾਂ ਅੱਗੇ ਪ੍ਰੋਫੈਸਰ ਵੀ ਲਾਉਂਦਾ ਹੈ। ਇਸਨੇ ਇਸੇ ਸਾਲ ਬੀਜੇਪੀ ਜੁਆਇਨ ਕੀਤੀ ਸੀ। ਪਹਿਲਾਂ ਇਹ ਮਜੀਠੀਏ ਦਾ ਮੀਡੀਆ ਐਡਵਾਈਜ਼ਰ ਅਤੇ ਫਿਰ ਦਮਦਮੀ ਟਕਸਾਲ ਦਾ ਸਪੋਕਸਪਰਸਨ ਹੋਇਆ ਕਰਦਾ ਸੀ। ਲੇਖ ਵਿੱਚ ਇਹ ਬੰਦਾ ਗੁਰਬਾਣੀ ਦੀਆਂ ਸਰਬ ਸਾਂਝੀਵਾਲਤਾ ਅਤੇ ਮਨੁੱਖੀ ਬਰਾਬਰਤਾਈ ਦੀਆਂ ਤੁਕਾਂ ਦੇ ਪ੍ਰਮਾਣ ਦੇ ਕੇ ਸਾਬਤ ਕਰਨਾ ਚਾਹੁੰਦਾ ਹੈ ਕਿ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਦਾ ਮਤਲਬ ਹੈ ਗੁਰਮਤ ਸਿਧਾਂਤਾਂ ਦਾ ਵਿਰੋਧ। ਹੱਦ ਹੋ ਗਈ। ਛਾਪਣ ਵਾਲੇ ਸੰਪਾਦਕ ਦੀ ਜ਼ਮੀਰ ਵੀ ਗਰਕ ਚੁੱਕੀ ਹੈ। ਕੀ ਇੰਨਾ ਵੀ ਨਹੀਂ ਪਤਾ ਕਿ ਗੁਰਮਤ ਆਦਰਸ਼ਾਂ ਅਤੇ RSS ਵਿੱਚ ਕੀ ਫਰਕ ਹੈ? ਕਿ ਇਹਨਾਂ ਨੂੰ ਨੀਅਤ ਅਤੇ ਨੀਤੀ ਦਾ ਫਰਕ ਦਾ ਵੀ ਨਹੀਂ ਵਿਵੇਕ? ਜੋ ਆਪ ਵਿਤਕਰੇ ਨਾਲ ਭਰਿਆ ਹੋਇਆ ਹੈ ਉਹ ਕੀ ਦੇਵੇਗਾ ਸਮਾਜਿਕ ਨਿਆਂ? ਗਊ ਰੱਖਿਆ ਦੇ ਨਾਮ ਤੇ, ਲਵ ਜਿਹਾਦ ਦੇ ਨਾਮ ਤੇ ਕੀ ਕੁਝ ਹੋ ਰਿਹਾ ਹੈ, ਜੋ ਖਾਸ ਧਰਮ ਦੇ ਲੋਕਾਂ ਦੇ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਸਤਿਕਾਰ ਰਿਹਾ ਹੈ। ਬੁਲਡੋਜ਼ਰ ਨਿਆਂ ਦੇ ਨਾਮ ਤੇ ਦੇਸ਼ ਦੀ ਨਿਆਂ ਵਿਵਸਥਾ ਨੂੰ ਛਿੱਕੇ ਟੰਗਣ ਵਾਲਿਆਂ ਤੋਂ ਕਿਸ ਬਰਾਬਰਤਾਈ ਦੀ ਉਮੀਦ ਕੀਤੀ ਜਾ ਰਹੀ ਹੈ? ਜੋ ਧਰਮ ਦੇ ਆਧਾਰ ਤੇ ਵਿਤਕਰੇ ਭਰਿਆ ਨਾਗਰਿਕਤਾ ਕਾਨੂੰਨ CAA ਲੈ ਕੇ ਆਏ, ਜੋ ਖੁਦ ਐਂਟੀ ਮੁਸਲਿਮ ਮੁਹਿੰਮ ਚਲਾ ਕੇ ਹਕੂਮਤ ਕਰ ਰਹੇ ਹਨ, ਉਹ ਕੀ ਦੇਣਗੇ ਸਾਂਝੀਵਾਲਤਾ ਵਾਲਾ ਨਿਜ਼ਾਮ? ਇਸ ਲਈ ਇਹ ਨਿਰਾ ਝੂਠ ਹੈ ਕਿ ਯੂਨੀਫਾਰਮ ਸਿਵਲ ਕੋਡ ਲਾਗੂ ਹੋਣ ਨਾਲ ਲੋਕਾਂ ਨੂੰ ਸਮਾਜਿਕ ਨਿਆਂ ਮਿਲੇਗਾ। ਫਿਰ ਸੱਚ ਕੀ ਹੈ? ਬੀਜੇਪੀ ਕਿਉਂ ਇਸ ਨੂੰ ਲਾਗੂ ਕਰਨਾ ਚਾਹੁੰਦੀ ਹੈ? ਕਿਉਂਕਿ ਬੀਜੇਪੀ ਦਾ ਵਿਚਾਰਧਾਰਕ ਸਰੋਤ RSS ਹੈ। ਉਸ ਦੀ ਹਿੰਦੂਤਵਾ ਸੋਚ ਭਾਰਤ ਵਿੱਚ ਵਸਦੇ ਘੱਟ ਗਿਣਤੀ ਕੌਮਾਂ ਨੂੰ ਬਰਾਬਰ ਦਾ ਸ਼ਹਿਰੀ ਨਹੀਂ ਮੰਨਦੀ। ਇਸੇ ਲਈ ਉਸ ਨੂੰ ਘੱਟ ਗਿਣਤੀਆਂ ਦੇ ਵੱਖ-ਵੱਖ ਪਰਸਨਲ ਲਾ ਵੀ ਗਵਾਰਾ ਨਹੀਂ। ਬੀਜੇਪੀ ਦੇ ਚੋਣ ਸੰਕਲਪ ਵਿੱਚ ਵੀ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਦਾ ਸੰਕਲਪ ਲਿਆ ਗਿਆ ਹੈ। ਕਹਿਣ ਨੂੰ ਤਾਂ ਸਾਰੇ ਪੱਖਾਂ ਦੀ ਰਾਏ ਲੈ ਕੇ ਹੀ, ਸੰਸਦ ਵਿੱਚ ਪਾਸ ਕਰਵਾ ਕੇ ਹੀ ਸਰਕਾਰ ਇਸ ਨੂੰ ਲਾਗੂ ਕਰੇਗੀ। ਪਰ ਸੱਚ ਇਹ ਵੀ ਹੈ ਕਿ ਰਾਏ ਉਹਨਾਂ ਦੀ ਹੀ ਮੰਨੀ ਜਾਏਗੀ ਜੋ ਹਿੰਦੂਤਵਾ ਸੋਚ ਦੇ ਫਰੇਮ ਵਿੱਚ ਫਿੱਟ ਹੋਣਗੇ। ਅੱਜ ਸੰਸਦ ਵਿੱਚ ਸਿਰਫ ਹਿੰਦੂਤਵਾ ਸੋਚ ਦਾ ਬੋਲਬਾਲਾ ਹੈ। ਸੈਕੂਲਰ ਸੋਚ ਅਤੇ ਘੱਟ ਗਿਣਤੀਆਂ ਦਾ ਪ੍ਰਤੀਨਿਧਿਤਵ ਬਿਲਕੁਲ ਨਾ ਦੇ ਬਰਾਬਰ ਹੈ। ਹਿੰਦੂਤਵ ਦੇ ਨਫ਼ਰਤੀ ਏਜੰਡੇ ਜਗ ਜ਼ਾਹਿਰ ਹਨ। ਅਜਿਹੇ ਹਾਲਾਤਾਂ ਵਿੱਚ ਸਮਾਨ ਸਿਵਲ ਕੋਡ ਵਿੱਚ ਅਜਿਹੇ ਕਾਇਦੇ ਕਾਨੂੰਨ ਹੀ ਬਣਨਗੇ ਜੋ ਫਿਰਕੂ ਹਿੰਦੂਤਵ ਸੋਚ ਦੇ ਮੁਆਫਿਕ ਹੋਣਗੇ। ਦੂਜੇ ਧਰਮਾਂ ਦੇ ਰੀਤੀ ਰਿਵਾਜਾਂ, ਨਿਯਮਾਂ, ਸਿਧਾਂਤਾਂ ਦੇ ਉਲਟ ਅਜਿਹੇ ਕਾਨੂੰਨ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਨ੍ਹਾਂ ਤੋਂ ਹਿੰਦੂਤਵਾ ਨਫ਼ਰਤ ਕਰਦੀ ਹੈ। ਇਸ ਤਰ੍ਹਾਂ ਬੀਜੇਪੀ ਵੱਲੋਂ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਨਾ ਫਾਸਿਸਟ ਫਿਰਕੂ ਸੋਚ ਤੋਂ ਨਿਕਲਿਆ ਹੋਇਆ ਉਹ ਜਿੰਨ ਹੈ ਜੋ ਘੱਟ ਗਿਣਤੀ ਕੌਮੀਅਤਾਂ ਦੇ ਰਹਿੰਦੇ ਖੁੰਦੇ ਹੱਕ ਵੀ ਖੋਹ ਲੈਣਾ ਚਾਹੁੰਦਾ ਹੈ। ਉਹਨਾਂ ਨੂੰ ਕਾਨੂੰਨੀ ਤੌਰ ਤੇ ਵੀ ਦਬਾ ਲੈਣਾ ਚਾਹੁੰਦਾ ਹੈ। ਇਹ ਕੌਮੀਅਤਾਂ ਦੀ ਪਛਾਣ ਅਤੇ ਹੋਂਦ ਲਈ ਖਤਰਾ ਹੈ। ਉਹਨਾਂ ਦੀ ਧਾਰਮਿਕ ਅਤੇ ਸੱਭਿਆਚਾਰਕ ਖੁਦਮੁਖਤਿਆਰੀ ਖਤਮ ਕਰੇਗਾ। ਘੱਟ ਗਿਣਤੀਆਂ ਦੇ ਹਿੱਤ ਹੋਰ ਵੀ ਅਸੁਰੱਖਿਅਤ ਹੋਣਗੇ। ਅਸੰਤੋਸ਼ ਵਧੇਗਾ। ਕਾਨੂੰਨ ਵਿਵਸਥਾ ਕਮਜ਼ੋਰ ਹੋ ਜਾਏਗੀ। ਏਕਤਾ ਅਖੰਡਤਾ ਉਸੇ ਤਰ੍ਹਾਂ ਬੰਦੂਕਾਂ ਦੀ ਵਿਸਾਖੀ ਤੇ ਆ ਜਾਵੇਗੀ ਜਿਵੇਂ ਧਾਰਾ 370 ਖਤਮ ਕਰਕੇ ਵੀ ਅੱਜ ਤੱਕ ਕਸ਼ਮੀਰ ਤੋਂ ਫੌਜ ਨਹੀਂ ਹਟਾਈ ਜਾ ਸਕੀ। ਗੱਲ ਸਿਰਫ ਬੀਜੇਪੀ ਦੀ ਨੀਅਤ
ਅਤੇ ਨੀਤੀ ਤੱਕ ਹੀ ਸੀਮਿਤ ਨਹੀਂ। ਸਵਾਲ ਇਹ ਵੀ ਹੈ ਕਿ ਦੇਸ਼ ਦੇ ਹੁਕਮਰਾਨ ਇਸ ਕਾਬਲ ਹਨ ਕਿ ਇੱਥੇ ਯੂਨੀਫਾਰਮ ਸਿਵਲ ਕੋਡ ਲਾਗੂ ਹੋਵੇ? ਕੀ ਉਹ ਨਾਗਰਿਕਾਂ ਵਿੱਚ ਲੋੜੀਂਦਾ ਯਕੀਨ ਬਣਾ ਸਕੇ ਹਨ? ਵਿਤਕਰਾ ਮੁਕਤ ਸਮਾਜ ਉਸਾਰ ਸਕੇ ਹਨ? ਪੱਖਪਾਤੀ ਮਾਨਸਿਕਤਾ ਤੋਂ ਉੱਪਰ ਉੱਠ ਚੁੱਕੇ ਹਨ? ਇਹਨਾਂ ਸਵਾਲਾਂ ਦਾ ਜਵਾਬ ਵੀ ਇਹਨਾਂ ਸਵਾਲਾਂ ਵਿੱਚ ਕੈਦ ਹੈ ਕਿ ਦੇਸ਼ ਦੇ ਜੋ ਕਾਨੂੰਨ ਪਹਿਲਾਂ ਹੀ ਸਾਰੇ ਨਾਗਰਿਕਾਂ ਲਈ ਇੱਕ ਸਮਾਨ ਹਨ, ਉਹਨਾਂ ਦਾ ਕੀ ਹਸ਼ਰ ਹੈ? ਕਿ ਉਹ ਇੱਕ ਸਮਾਨ ਲਾਗੂ ਹੁੰਦੇ ਹਨ? ਕਿਸ ਦੇ ਮਗਰ ਈਡੀ ਲਾਉਣੀ ਹੈ, ਕਿਸ ਤੇ UAPA ਲਗਾਉਣਾ ਹੈ, ਕਿਸ ਨੂੰ ਕੇਸਾਂ ਵਿੱਚ ਉਲਝਾ ਕੇ ਰੱਖਣਾ ਹੈ, ਕਿਸ ਕੌਮ ਨੂੰ ਨਿਸ਼ਾਨਾ ਬਣਾਉਣਾ ਹੈ, ਕਿਸ ਦੇ ਖਿਲਾਫ ਪੂਰਾ ਤੰਤਰ ਪੂਰਾ ਮੀਡੀਆ ਝੋਕਣਾ ਹੈ, ਕਿਸ ਤੇ ਬੁਲਡੋਜ਼ਰ ਚਲਾਉਣਾ ਹੈ, ਕਿਸ ਨੂੰ ਰਗੜਨਾ ਹੈ, ਕਿਸ ਨੂੰ ਬਚਾਉਣਾ ਹੈ, ਕਿਵੇਂ ਚੋਣ ਧਾਂਦਲੀਆਂ ਕਰਨੀਆਂ ਹਨ, ਕਿਵੇਂ MLA MP ਖਰੀਦ ਕੇ ਸਰਕਾਰਾਂ ਗਿਰਾਉਣੀਆਂ ਹਨ, ਸਪੀਕਰਾਂ ਅਤੇ ਰਾਜਪਾਲਾਂ ਨੂੰ ਨਿੱਜੀ ਸਵਾਰਥ ਵਿੱਚ ਕਿਵੇਂ ਵਰਤਣਾ ਹੈ। ਕੀ ਇਹ ਸਭ ਕਾਨੂੰਨ ਦਾ ਸਹੀ ਇਸਤੇਮਾਲ ਹੈ? ਕਿ ਇਹਨਾਂ ਵਿੱਚ ਭੇਦਭਾਵ ਨਹੀਂ ਕੀਤਾ ਜਾਂਦਾ? ਕਿ ਇੱਥੇ ਕਾਨੂੰਨ ਨੂੰ ਪਿਕ ਐਂਡ ਚੂਜ਼ ਦੇ ਆਧਾਰ ਤੇ ਨਹੀਂ ਵਰਤਿਆ ਜਾਂਦਾ? ਫਿਰ ਅਜਿਹੇ ਦੇਸ਼ ਵਿੱਚ ਸਮਾਨ ਸਿਵਲ ਕਾਨੂੰਨ ਦੇ ਕੀ ਮਾਇਨੇ ਰਹਿ ਜਾਂਦੇ ਹਨ? ਇਸ ਲਈ ਸਮਾਜਿਕ ਨਿਆਂ ਦੇ ਨਾਂ ਤੇ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਦੇ ਹਿਮਾਇਤੀਆਂ ਨੂੰ ਚਾਹੀਦਾ ਹੈ, ਪਹਿਲਾਂ ਦੂਜੇ ਕਾਨੂੰਨ ਸਾਰਿਆਂ ਤੇ ਇਕਸਾਰ ਬਿਨਾਂ ਭੇਦਭਾਵ ਦੇ ਲਾਗੂ ਕਰਨ ਦੀ ਮਿਸਾਲ ਪੈਦਾ ਕਰੋ। ਪਹਿਲਾਂ ਅਜਿਹੇ ਕਾਨੂੰਨ ਬਣਾਏ ਜਾਣ ਜੋ ਸੱਤਾ ਵਿੱਚ ਬੈਠਿਆਂ ਤੋਂ ਕਾਨੂੰਨ ਦੇ ਗਲਤ ਇਸਤੇਮਾਲ ਨੂੰ ਰੋਕ ਸਕਣ, ਜੋ ਕਾਨੂੰਨ ਦੇ ਮਨਮਰਜ਼ੀ ਦੇ ਇਸਤੇਮਾਲ ਤੇ ਲਗਾਮ ਲਗਾ ਸਕਣ। ਜਿਸ ਮੁਲਕ ਵਿੱਚ ਕਾਨੂੰਨ ਦਾ ਇਸਤੇਮਾਲ ਬੰਦਾ ਅਤੇ ਪੋਜੀਸ਼ਨ ਦੇਖ ਕੇ ਹੁੰਦਾ ਹੈ, ਜਿੱਥੇ ਇੱਕੋ ਹੀ ਕਾਨੂੰਨ ਸੱਤਾ ਪੱਖ ਮੂਹਰੇ ਬੇਬਸ ਰਹੇ ਪਰ ਵਿਰੋਧੀਆਂ ਅਤੇ ਨਾਗਰਿਕਾਂ ਲਈ ਬਘਿਆੜ ਬਣ ਜਾਏ, ਉਸ ਮੁਲਕ ਵਿੱਚ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਨਾ ਬੇਈਮਾਨੀ ਹੈ। सबका साथ सबका विकास ਦੀ ਕਲਈ ਤਾਂ ਉਤਰ ਹੀ ਚੁੱਕੀ ਹੈ। एक देश एक कानून ਦਾ ਵੀ ਕੀ ਬਣੇਗਾ, ਸਮਾਂ ਦੂਰ ਨਹੀਂ, ਸੱਚ ਸਾਹਮਣੇ ਆ ਹੀ ਜਾਵੇਗਾ। ਬਾਕੀ ਅਗਲੀ ਵੀਡੀਓ ਵਿੱਚ। ਤਦ ਤੱਕ ਦਿਓ ਇਜਾਜ਼ਤ। ਵੀਡੀਓ ਦੇਖਣ ਸੁਣਨ ਲਈ ਆਪ ਸਭ ਦਾ ਧੰਨਵਾਦ। ਖੁਸ਼ ਰਹੋ, ਆਬਾਦ ਰਹੋ। ਪਾਓ ਸਾਂਝ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਆਖੈ ਸੱਚ ਸੁਣਾਈ ਸੀ, ਸੱਚ ਕੀ ਬੇੜੀ